श्री वाहिगुरु साहिब जी। बाणी गुरु गुरु है बाणी, विच बाणी अमृत सारे। गुरबाणी कहे सेवक जन मानै, पर तख गुरु निस्तारे। सतगुरु श्री गुरु ग्रंथ साहिब सच्चे पातशाह जी की अपार बख्शिश कृपा हुई। चल रही पावन बाणी की लड़ी के तहत पिछले दीवाना तक असी पावन बाणी जपजी साहिब दियाँ 34 पौड़ियां की विचार जिहड़ी असी कीती सी। 35 नंबर पौड़ी की विचार तो आपां शुरुआत शुरू करनी है जी। धर्म खंड का इहो धर्म, साहिब पातशाह की कृपा करन बख्शिश करन। आओ फतेह जी सांझ करो जी। वाहिगुरु जी का खालसा, वाहिगुरु जी की फतेह। धर्म खंड का एहो धर्म, ज्ञान खंड का आखो कर्म। केते पावन पाणी वै संतर, केते कान महेश। केते बरमै घाड़त घड़ीਐ, रूप रंग के वेश। केतियां कर्म भूमि मेर केते, केते तू उपदेश। केते इंद चंद सूर केते, केते मंडल देश। केते सिद्ध बुद्ध नाथ केते, केते देवी वेश। केते देव दानव मुन केते, केते रतन समुंद। केतियां खाणी केतियां बाणी, केते पात नरिंद। केते केतियां सुरती सेवक केते, नानक अंत ना अंत। ਇਹ ਸੀ 35 ਨੰਬਰ ਪੌੜੀ। ਇਹਦੇ ਵਿੱਚ ਤੁਸੀਂ ਵਿਸ਼ਰਾਮ ਜਿਹੜੇ ਉਹ ਥੋੜ੍ਹੇ ਜਿਹੇ ਅਲੱਗ ਵੇਖੇ ਹੋਣਗੇ, ਜੋ ਪਾਠ ਮੂਲ ਰੂਪ ਦੇ ਵਿੱਚ ਬੜੀ ਵਾਰ ਅਸੀਂ ਕਰਦੇ ਹਾਂ ਉਹਦੇ ਵਿੱਚ, ਤੇ ਅੱਜ ਜਿਹੜੇ ਪਾਠ ਅਸੀਂ ਕੀਤਾ ਇਹਦੇ ਵਿੱਚ ਤੁਹਾਨੂੰ ਅੰਤਰ ਜਿਹੜਾ ਉਹ ਨਜ਼ਰ ਆਇਆ ਹੋਏਗਾ। ਜਿੱਦਾਂ ਹੀ ਇਹਦੇ ਵਿਸ਼ਰਾਮ ਸਹੀ ਲੱਗਣਗੇ ਤੇ ਇਹਦਾ ਪਾਠ ਜਿਹੜਾ ਉਹ ਅਰਥ ਜਿਹੜੇ ਉਹ ਆਪਣੇ ਆਪ ਸਪਸ਼ਟ ਹੋ ਜਾਂਦੇ। ਦੂਜੀ ਜਿਹੜੀ ਬੇਨਤੀ ਹੈ 35 ਨੰਬਰ ਪੌੜੀ ਤੋਂ 37 ਨੰਬਰ ਪੌੜੀ ਤੱਕ, ਇਹਦੇ ਵਿੱਚ ਇੱਕ ਬੜੀ ਕਮਾਲ ਦੀ ਵਿਚਾਰ ਸਾਡੇ ਸਾਹਮਣੇ ਆਉਂਦੀ ਹੈ, ਜਿਹਨੂੰ ਕਿਹਾ ਜਾਂਦਾ ਪੰਜ ਖੰਡ। ਪੰਜ ਖੰਡ ਦਾ ਭਾਵ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਦੇ ਵਿੱਚ ਇਨਸਾਨ ਦੀ ਆਮ ਜ਼ਿੰਦਗੀ ਨੂੰ ਪੜਾ ਦਰ ਪੜਾ ਕਿਵੇਂ ਬਦਲ ਕੇ ਰੱਬ ਦੀ ਮਾਰਗ ਤੇ ਲੈ ਕੇ ਜਾਣਾ, ਉਹ ਕਿਵੇਂ ਲੈ ਕੇ ਜਾਣਾ, ਉਹ ਪੰਜ ਖੰਡ ਇਹਨਾਂ ਪੌੜੀਆਂ ਦੇ ਵਿੱਚ ਮਹਾਰਾਜ ਨੇ ਸਾਨੂੰ ਦੱਸਿਆ। ਪੰਜ ਅਵਸਥਾਵਾਂ ਸਾਡੇ ਵਾਸਤੇ ਬੜਾ ਸੁਚੱਜਾ ਜਿਹਾ ਤਰੀਕਾ ਹੈ। ਪਿਛਲੀ ਪੌੜੀ ਦੇ ਵਿੱਚ ਆਪਾਂ ਇਹ ਵਿਚਾਰੇ ਸੀ ਨਾ ਵੀ ਏਤ ਰਾਹ ਪਤ ਪਵੜੀਆਂ, ਤੋਂ ਕਿਹੜੀਆਂ ਪੌੜੀਆਂ ਨੇ ਜਿਨ੍ਹਾਂ ਪੌੜੀਆਂ ਤੋਂ ਚੜ੍ਹ ਕੇ ਇਨਸਾਨ ਉੱਥੇ ਪਹੁੰਚ ਸਕਦਾ ਹੈ, ਕਿਵੇਂ ਚੜ੍ਹਨਾ ਹੈ। ਉੱਥੇ ਤਾਂ ਮਹਾਰਾਜ ਨੇ ਜ਼ਿਕਰ ਕਰ ਦਿੱਤਾ, ਸਾਡੇ ਮਨ ਦੇ ਵਿੱਚ ਸਵਾਲ ਵੀ ਆਇਆ ਹੋਏਗਾ ਵੀ ਕਿਹੜੀਆਂ ਪੌੜੀਆਂ ਨੇ ਤੇ ਕਿਵੇਂ ਚੜ੍ਹਨਾ ਹੈ। ਉਹਦਾ ਜ਼ਿਕਰ ਮਹਾਰਾਜ ਨੇ ਇਹਨਾਂ ਪੌੜੀਆਂ ਦੇ ਵਿੱਚ ਕੀਤਾ ਹੈ ਵੀ ਕੋਈ ਵੀ ਇਨਸਾਨ ਜਦੋਂ ਆਪਣੇ ਜੀਵਨ ਨੂੰ ਬਦਲਣਾ ਚਾਹੇ ਉਹਦੇ ਵਾਸਤੇ ਕੀ ਕੀ ਮਿਹਨਤ ਲੱਗਦੀ ਹੈ, ਕਿਵੇਂ ਕਿਵੇਂ ਕਰਨਾ ਹੈ, ਤੇ ਕਿਸ ਤਰੀਕੇ ਦੇ ਨਾਲ ਉਹ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਪਹਿਲੀ ਜਿਹੜੀ ਵਿਚਾਰ ਉਹ ਸਾਡੇ ਸਾਹਮਣੇ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਉਹ ਹੈ ਜੀ ਧਰਮ ਖੰਡ। ਧਰਮ ਦਾ ਅਰਥ ਹੁੰਦਾ ਹੈ ਕਰਤੱਵ। ਆਪਣੇ ਜੋ ਕੰਮ ਹੈ ਉਹਦੀ ਪਹਿਚਾਣ ਕਰਨੀ। ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ
ਵੀ ਧਰਮ ਖੰਡ ਕਾ ਇਹੋ ਧਰਮ, ਜਿਹੜਾ ਧਰਮ ਖੰਡ ਹੈ ਉਹਦਾ ਕਰਤੱਵ ਕੀ ਹੈ, ਧਰਮ ਖੰਡ ਦੇ ਵਿੱਚ ਬੰਦੇ ਨੂੰ ਕੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜੋ ਪਿਛਲੀ ਪੌੜੀ ਦੇ ਵਿੱਚ ਦੱਸਿਆ, ਜਿਹੜੀ 34 ਨੰਬਰ ਪੌੜੀ ਦੇ ਵਿੱਚ ਮਹਾਰਾਜ ਨੇ ਸਾਨੂੰ ਦੱਸਿਆ, ਉਹ ਸਾਰੇ ਧਰਮ ਖੰਡ ਦੇ ਕਰਮ ਹੈ। ਜਿਹੜੀ ਗੱਲ ਆਪਾਂ ਪਹਿਲਾਂ ਵਿਚਾਰੀ ਸੀ ਵੀ ਇਨਸਾਨ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰੇ, ਉਹਦੇ ਹੁਕਮ ਨੂੰ ਪਛਾਣ ਕੇ ਤੁਰੇ, ਸਾਰਾ ਕੁਝ ਜੋ ਕੁਝ ਰੱਬ ਚਲਾ ਰਿਹਾ ਆਪਣੀ ਬਖਸ਼ਿਸ਼ ਦੇ ਵਿੱਚ ਚਲਾ ਰਿਹਾ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤੇ ਕੀ ਧਰਮ ਹੈ, ਤਿੱਥੈ ਸੋਹਨ ਪੰਚ ਪਰਵਾਨ। ਮਹਾਰਾਜ ਕਹਿੰਦੇ ਇਹ ਸਭ ਤੋਂ ਪਹਿਲਾਂ ਤੇਰਾ ਧਰਮ ਹੈ ਵੀ ਤੂੰ ਆਪਣੇ ਕਰਮਾਂ ਨੂੰ ਚੰਗਾ ਬਣਾ, ਆਪਣੇ ਸੁਭਾਅ ਨੂੰ ਚੰਗਾ ਬਣਾ। ਦੂਜਾ ਖੰਡ ਜਿਹੜਾ ਬਖਸ਼ਿਸ਼ ਕੀਤਾ ਉਹ ਹੈ ਗਿਆਨ ਖੰਡ। ਧਰਮ ਖੰਡ ਦੀ ਗੱਲ ਮਹਾਰਾਜ ਕਹਿੰਦੇ, ਦੋਵੇਂ ਪੰਕਤੀਆਂ ਬਿਲਕੁਲ ਸਪਸ਼ਟ ਨੇ। ਧਰਮ ਖੰਡ ਕਾ ਇਹੋ ਧਰਮ, ਧਰਮ ਖੰਡ ਦਾ ਇਹ ਕਰਤੱਵ ਕੀ ਹੈ, ਜਿਹੜਾ ਪਿਛਲੀ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਮੈਂ ਦੱਸਿਆ। ਜਿਹੜੀ ਅਗਲੀ ਪੌੜੀ ਹੈ ਮਹਾਰਾਜ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ, ਜਿਹੜਾ ਗਿਆਨ ਖੰਡ ਦਾ ਕਰਤੱਵ ਹੈ ਉਹ ਆਪਾਂ ਅਗਲੀਆਂ ਤੁਕਾਂ ਦੇ ਵਿੱਚ ਸਮਝ ਲਈਏ। ਗਿਆਨ ਦਾ ਮਤਲਬ ਹੈ ਜਦੋਂ ਬੰਦੇ ਨੂੰ ਗਿਆਨ ਆਣਾ ਸ਼ੁਰੂ ਹੋ ਜਾਏ, ਜਦੋਂ ਬੰਦਾ ਫਰਜ਼ ਦੀ ਪਹਿਚਾਣ ਕਰਦਾ ਹੈ ਨਾ ਤੇ ਉਹਨੂੰ ਗਿਆਨ ਆਉਂਦਾ ਹੈ। ਜਦੋਂ ਤੱਕ ਬੰਦਾ ਫਰਜ਼ ਨੂੰ ਨਹੀਂ ਪਛਾਣਦਾ ਉਦੋਂ ਤੱਕ ਉਹਨੂੰ ਗਿਆਨ ਵੀ ਨਹੀਂ ਆਉਂਦਾ। ਪਾਤਸ਼ਾਹ ਜੀ ਕਹਿੰਦੇ ਜਦੋਂ ਗਿਆਨ ਬੰਦੇ ਦੇ ਜੀਵਨ ਦੇ ਵਿੱਚ ਆਉਂਦਾ ਤੇ ਕੀ ਸਮਝ ਆਉਂਦੀ ਹੈ, ਗਿਆਨ ਬੰਦੇ ਨੂੰ ਕੀ ਸਮਝਾਉਂਦਾ ਹੈ। ਪਾਤਸ਼ਾਹ ਜੀ ਕਹਿੰਦੇ ਗਿਆਨ ਨੇ ਸਮਝਾਇਆ ਕੇਤੇ ਪਾਵਨ ਪਾਣੀ ਵੈ ਸੰਤਰ, ਕਈ ਤਰੀਕੇ ਦੇ ਇੱਥੇ ਪਾਣੀ ਨੇ, ਕੇਤੇ ਬੇਅੰਤ, ਕਈ ਤਰੀਕੇ ਦੀ ਇੱਥੇ ਹਵਾ ਹੈ, ਕਈ ਤਰੀਕੇ ਦੀ ਇੱਥੇ ਅੱਗ ਹੈ। ਕੇਤੇ ਕਾਨ ਮਹੇਸ਼, ਕਈ ਇੱਥੇ ਸ਼ਿਵ ਜੀ ਨੇ, ਕਈ ਇੱਥੇ ਬ੍ਰਹਮੇ ਆ। ਕੇਤੇ ਬਰਮੈ ਘਾੜਤ ਘੜੀਏ, ਕਾਨ ਦਾ ਅਰਥ, ਇਹਨੂੰ ਕਾਨ ਨਹੀਂ ਪੜਨਾ, ਕਾਨ ਦਾ ਅਰਥ ਤੇ ਕੰਨ ਹੋ ਜਾਂਦਾ, ਕਾਨ ਕਹਾਨ, ਆਪਾਂ ਜਦੋਂ ਕਹਾਨਾ ਲਫ਼ਜ਼ ਹੈ ਨਾ ਉਸ ਤਰੀਕੇ ਨਾਲ ਕ੍ਰਿਸ਼ਨ ਦੇ ਰੂਪ ਦੇ ਵਿੱਚ ਉਚਾਰਨ ਕਰਨਾ। ਕੇਤੇ ਬਰਮੈ ਘਾੜਤ ਘੜੀ ਹੈ, ਬੇਅੰਤ ਬ੍ਰਹਮੇ ਨੇ ਜਿਨ੍ਹਾਂ ਦੀ ਘਾੜਨਾ ਘੜੀ ਜਾ ਰਹੀ ਹੈ, ਤੇ ਰੂਪ ਰੰਗ ਕੇ ਵੇਸ, ਬੇਅੰਤ ਤਰੀਕੇ ਦੇ ਜਿਨ੍ਹਾਂ ਦੇ ਰੂਪ ਨੇ, ਬੇਅੰਤ ਤਰੀਕੇ ਦੇ ਜਿਨ੍ਹਾਂ ਦੇ ਵੇਸ ਨੇ। ਕੇਤਿਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂ ਉਪਦੇਸ਼। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਬੇਅੰਤੀ ਧਰਤੀਆਂ ਹਨ, ਮੇਰ ਕੇਤੇ, ਮੇਰ ਦਾ ਅਰਥ ਸੁਮੇਰ ਪਰਬਤ, ਬੇਅੰਤ ਸੁਮੇਰ ਪਰਬਤ ਹਨ, ਬੇਅੰਤ ਹੀ ਧਰੂ ਪ੍ਰਹਲਾਦ ਹਨ, ਤੇ ਬੇਅੰਤ ਹੀ ਉਹਨਾਂ ਦੇ ਉਪਦੇਸ਼ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਬੇਅੰਤ ਹੀ ਇੰਦਰ ਦੇਵਤੇ ਆ, ਬੇਅੰਤ ਹੀ ਚੰਦਰਮੇ ਆ, ਬੇਅੰਤ ਹੀ ਸੂਰਜ ਹੈ। ਕੇਤੇ ਮੰਡਲ ਦੇਸ਼, ਮਹਾਰਾਜ ਕਹਿੰਦੇ ਜਿਹੜੇ ਸੂਰਜ ਧਰਤੀ ਦਾ ਚੱਕਰ ਲਾ ਰਿਹਾ ਉਹ ਵੀ ਬੇਅੰਤ ਹਨ। ਸਭ ਨੇ ਬਖਸ਼ਿਸ਼ ਕੀਤੀ। ਕੇਤੇ ਸਿੱਧ ਬੁੱਧ ਨਾਥ ਕੀਤੇ, ਬੇਅੰਤ ਸਿੱਧ ਹਨ, ਬੇਅੰਤ ਬੁੱਧ ਦੇ ਅਵਤਾਰ ਹਨ, ਬੇਅੰਤ ਇੱਥੇ ਨਾਥ ਹਨ, ਤੇ ਬੇਅੰਤ ਹੀ ਦੇਵੀ ਦੇਵਤਿਆਂ ਦੇ ਪਹਿਰਾਵੇ ਵਾਲੇ ਲੋਕ ਹਨ। ਕੇਤੇ ਦੇਵ ਦਾਨਵ ਮੁਨ ਕੀਤੇ, ਬੇਅੰਤ ਇੱਥੇ ਦੇਵਤੇ ਨੇ, ਬੇਅੰਤ ਇੱਥੇ ਦੇਵ ਦੈਂਤ ਨੇ, ਬੇਅੰਤ ਹੀ ਮੁਨੀ ਜਨ ਹਨ, ਬੇਅੰਤ ਪ੍ਰਕਾਰ ਦੇ ਰਤਨਾਂ ਦੇ ਨਾਲ ਭਰੇ ਹੋਏ ਸਮੁੰਦਰ ਹਨ। ਕੇਤੀਆਂ ਖਾਣੀ, ਕੇਤੀਆਂ ਬਾਣੀ, ਖਾਣੀ ਦਾ ਅਰਥ ਹੁੰਦਾ ਜਿੱਥੋਂ ਜੀਵ ਦੀ ਉਤਪਤੀ ਹੁੰਦੀ ਹੈ। ਉੱਦਾਂ ਜੇ ਸਮਾਜ ਨੇ ਜੋ ਕੁਝ ਸਾਡੇ ਸਾਹਮਣੇ ਆਇਆ ਉਹ ਚਾਰ ਖਾਣੀਆਂ ਦਾ ਜ਼ਿਕਰ ਕੀਤਾ, ਅੰਡਜ ਜੇਰਜ ਸੇਤਜ ਉਤਪੁਜ, ਇਹ ਚਾਰ ਖਾਣੀਆਂ ਨੇ ਜਿੱਥੋਂ ਜੀਵ ਦੀ ਉਤਪਤੀ ਹੋ ਰਹੀ ਹੈ। ਪਰ ਪਾਤਸ਼ਾਹ ਜੀ ਕਹਿੰਦੇ ਚਾਰ ਹੀ ਨਹੀਂ, ਜਦੋਂ ਅਸੀਂ ਕਿਸੇ ਚੀਜ਼ ਦੀ ਗਿਣਤੀ ਕਰ ਲਈ ਨਾ ਇਹ ਚਾਰ ਹੀ ਨੇ ਤਾਂ ਮਤਲਬ ਚਾਰ ਹੀ ਹੈ, ਰੱਬ ਪੰਜ ਨਹੀਂ ਕਰ ਸਕਦਾ। ਨਹੀਂ, ਉਹਦੀ ਜਿਹੜੀ ਕਾਇਨਾਤ ਉਹ ਗਿਣਤੀ ਤੋਂ ਪਰੇ ਹੈ, ਉਹਨੂੰ ਮਿਣਿਆ ਨਹੀਂ ਜਾ ਸਕਦਾ। ਸਭ ਨੇ ਬਖਸ਼ਿਸ਼ ਕੀਤੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਬਾਣੀ ਦਾ ਅਰਥ ਬੋਲੀ, ਬੇਅੰਤ ਹੀ ਬੋਲੀਆਂ ਹਨ। ਕੇਤੇ ਪਾਤ ਨਰਿੰਦ, ਮਹਾਰਾਜ ਕਹਿੰਦੇ ਬੇਅੰਤੀ ਪਾਤਸ਼ਾਹ ਰਾਜੇ ਹਨ। ਕੇਤਿਆਂ ਸੁਰਤੀ ਸੇਵਕ ਕੀਤੇ, ਮਹਾਰਾਜ ਕਹਿੰਦੇ ਬੇਅੰਤ ਤਰੀਕੇ ਦੇ ਧਿਆਨ ਲਾਉਣ ਦੇ ਤਰੀਕੇ ਹਨ, ਬੇਅੰਤ ਹੀ ਸੇਵਕ ਹਨ। ਨਾਨਕ ਅੰਤ ਨਾ ਅੰਤ, ਇਹਨਾਂ ਦਾ ਅੰਤ ਨਹੀਂ ਪੈ ਸਕਦਾ। ਇਹ ਕਦੋਂ ਸਮਝ ਆਈ? ਜਦੋਂ ਗਿਆਨ ਆਇਆ। ਇਹ ਗਿਆਨ ਦੇ ਵਿੱਚੋਂ ਕੀ ਸਮਝ ਆਇਆ? ਬੰਦਾ ਇੱਕ ਤੰਗ ਦਿਲੀ ਦੇ ਵਿੱਚ ਰਹਿੰਦਾ, ਹਾਏ ਮੇਰੇ ਪਰਿਵਾਰ ਦਾ ਕੀ ਹੋਏਗਾ। ਪਾਤਸ਼ਾਹ ਜੀ ਕਹਿੰਦੇ ਨਾ, ਤੂੰ ਵੇਖ ਕੁਦਰਤ ਕਿੰਨੀ ਵੱਡੀ ਹੈ ਤੇ ਸਾਰਿਆਂ ਨੂੰ ਚਲਾ ਕੌਣ ਰਿਹਾ?
ਰੱਬ। ਏਡੀ ਵੱਡੀ ਕੁਦਰਤ ਦਾ ਪਸਾਰਾ ਰੱਬ ਚਲਾ ਰਿਹਾ ਤੇ ਤੂੰ ਸਿਰਫ ਆਪਣੇ ਕਰਤੱਵ ਨੂੰ ਪਹਿਚਾਣ, ਆਪਣੇ ਕਰਮ ਨੂੰ ਕਰੀ ਜਾ, ਤੰਗ ਦਿਲੀ ਆਪਣੇ ਮਨ ਦੇ ਵਿੱਚ ਨਾ ਲੈ ਕੇ ਆ। ਅਗਲੀ ਜਿਹੜੀ ਪੌੜੀ ਹੈ ਜੀ 36 ਨੰਬਰ ਪੌੜੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਘੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿਧਾਂ ਕੀ ਸੁਧ, ਇਹ ਜੀ 36 ਨੰਬਰ ਪੌੜੀ। ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਗਿਆਨ ਖੰਡ ਵਿੱਚ ਮਨੁੱਖ ਗਿਆਨ ਦੀ ਅਵਸਥਾ ਦੇ ਵਿੱਚ ਚਲਾ ਗਿਆ ਤੇ ਗਿਆਨ ਦੇ ਨਾਲ ਕੀ ਹੋਇਆ, ਗਿਆਨ ਨੇ ਮਨ ਨੂੰ ਬਲਵਾਨ ਕਰ ਦਿੱਤਾ। ਸਤ ਸੰਗਤ, ਗਿਆਨ ਮਨ ਨੂੰ ਬਲਵਾਨ ਕਰਦਾ, ਤਾਕਤਵਰ ਕਰਦਾ। ਅਗਿਆਨੀ ਬੰਦੇ ਦਾ ਮਨ ਡੋਲ ਜਾਂਦਾ, ਕਿਉਂਕਿ ਮਨ ਦੀ ਜਿਹੜੀ ਪਾਵਰ ਹੈ ਨਾ ਉਹ ਗਿਆਨ ਹੈ, ਸਮਝ ਹੈ। ਜਿਸ ਬੰਦੇ ਨੂੰ ਸਮਝ ਹੈ ਨਾ ਉਹ ਨਹੀਂ ਡਰਦਾ। ਜਿਹਨੂੰ ਸਮਝ, ਦੇਖੋ ਜਿਸ ਚੀਜ਼ ਦੀ ਸਾਨੂੰ ਨੌਲੇਜ ਨਹੀਂ ਹੈ ਉਸ ਚੀਜ਼ ਨੂੰ, ਉਸ ਕੰਮ ਨੂੰ ਹੱਥ ਪਾਉਣ ਲੱਗਿਆ ਸਾਨੂੰ ਡਰ ਲੱਗਦਾ, ਕਿਉਂਕਿ ਉਹਦੇ ਬਾਰੇ ਸਾਨੂੰ ਗਿਆਨ ਨਹੀਂ ਹੈ। ਤੇ ਜਿਹਦੇ ਬਾਰੇ ਸਾਨੂੰ ਗਿਆਨ ਹੈ ਉਹਦੀ ਸਾਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ। ਹੁਣ ਗਿਆਨ ਹੀ ਹੈ ਜਿਹੜਾ ਮਨ ਦਾ ਇੱਕ ਸਹਾਰਾ। ਇਹਨੂੰ ਤੇ ਮਹਾਰਾਜ ਨੇ ਕਿਹਾ ਸੀ, ਗਿਆਨ ਕਾ ਬੱਧਾ ਮਨ ਰਹਿ। ਮਨ ਨੂੰ ਜਿੰਨੀ ਅਗਿਆਨਤਾ ਆਏਗੀ ਓਨਾ ਕਮਜ਼ੋਰ ਹੋ ਜਾਏਗਾ, ਜਿੰਨਾ ਇਹਨੂੰ ਗਿਆਨ ਆਏਗਾ ਓਨਾ ਬਲਵਾਨ ਹੋ ਜਾਏਗਾ। ਇਹਦੀ ਖੁਰਾਕ ਹੈ ਜੀ ਗਿਆਨ। ਠੀਕ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਸਰੀਰ ਦੀ ਖੁਰਾਕ ਹੈ ਨਾ ਜੀ, ਇਹ ਸਰੀਰ ਨੂੰ ਚੰਗੀ ਖੁਰਾਕ ਦਿਓਗੇ ਚੰਗਾ ਚਲੇਗਾ, ਇਹਨੂੰ ਮਾੜੀ ਖੁਰਾਕ ਦਿਓਗੇ ਨੇ ਰੁਕ ਜਾਣਾ। ਠੀਕ ਉਸੇ ਤਰੀਕੇ ਨਾਲ ਸਾਡਾ ਮਨ ਹੈ, ਜਦੋਂ ਮਨ ਨੂੰ ਚੰਗੇ ਸੁਚੱਜੇ ਗਿਆਨ ਦੀ ਅਗਵਾਈ ਮਿਲ ਰਹੀ ਹੈ ਨਾ ਤੇ ਇਹਨੇ ਚੰਗਾ ਚੱਲਣਾ। ਜਦੋਂ ਇਹਨੂੰ ਅਗਿਆਨ, ਇਹਦੀ ਖੁਰਾਕ ਮਾੜੀ ਹੋ ਗਈ ਤੇ ਇਹਨੇ ਢਹਿ ਜਾਣਾ, ਇਹਨੇ ਕਮਜ਼ੋਰ ਪੈ ਜਾਣਾ, ਇਹਨੇ ਬਲਵਾਨ ਨਹੀਂ ਰਹਿਣਾ। ਜਿਨ੍ਹਾਂ ਦੀ ਖੁਰਾਕ ਤਕੜੀ ਹੈ ਤੇ ਫਿਰ ਉਹ ਵਿਕਾਰਾਂ ਦੀ, ਬੁਰਿਆਈ ਦੀ ਪਰਵਾਹ ਨਹੀਂ ਕਰਦੇ। ਇਹ ਨਹੀਂ ਜਿਹੜੇ ਭਗਤ ਜਨ ਨੇ ਉਹ ਸਮਾਜ ਦੇ ਵਿੱਚ ਰਹਿੰਦੇ, ਉਹਨਾਂ ਦੇ ਉੱਤੇ ਬੁਰਿਆਈ ਇੰਨੀ ਛੇਤੀ ਪ੍ਰਭਾਵ ਕਿਉਂ ਨਹੀਂ ਪਾਉਂਦੀ। ਜਾਂ ਜਿਹੜੇ ਗੁਰਸਿੱਖ ਹੋਏ ਨੇ, ਗੁਰੂ ਸਾਹਿਬਾਨ ਦੇ ਸਮੇਂ ਤੇ ਸਿੱਖ ਹੋਏ ਨੇ, ਉਹਨਾਂ ਦੇ ਉੱਤੇ ਅਸਰ ਕਿਉਂ ਨਹੀਂ ਪਿਆ। ਰਹੇ ਤੇ ਇਸੇ ਸਮਾਜ ਦੇ ਵਿੱਚ ਨੇ ਨਾ ਜੀ, ਸਮਾਜ ਤੇ ਵੱਖਰਾ ਨਹੀਂ ਸੀ। ਆਮ ਇਨਸਾਨ ਵੀ ਉਸੇ ਸਮਾਜ ਦੇ ਵਿੱਚ ਜਨਮ ਲੈ ਰਿਹਾ। ਜਿਹੜਾ ਆਮ ਇਨਸਾਨ ਹੈ ਨਾ, ਉਹਦੇ ਜੀਵਨ ਦੇ ਉੱਤੇ ਬੁਰਿਆਈ ਦਾ ਪ੍ਰਭਾਵ ਬਹੁਤ ਛੇਤੀ ਪੈ ਜਾਂਦਾ। ਉਹਦੇ ਮਨ ਦੇ ਵਿੱਚ ਤਾਕਤ ਨਹੀਂ ਹੈ। ਜਿਹਦੇ ਮਨ ਦੇ ਵਿੱਚ ਗਿਆਨ ਦੀ ਤਾਕਤ ਹੋਵੇ ਨਾ, ਉਹ ਬੁਰਿਆਈ ਵਾਲੇ ਪਾਸੇ ਢਹਿੰਦਾ ਨਹੀਂ। ਪਾਤਸ਼ਾਹ ਜੀ ਨੇ ਤਾਂ ਕਿਹਾ, ਸਭ ਤੋਂ ਪਹਿਲਾਂ ਤੂੰ ਆਪਣੇ ਫਰਜ਼ਾਂ ਦੀ ਪਹਿਚਾਣ ਕਰ, ਦੂਜੀ ਗੱਲ ਗਿਆਨ ਲੈ ਕੇ ਆ, ਸਮਝ ਲੈ ਕੇ ਆ। ਦੁਨੀਆ ਦਾ ਗਿਆਨ ਨਹੀਂ, ਉਹ ਗਿਆਨ ਜਿਹਨੂੰ ਪਾਤਸ਼ਾਹ ਜੀ ਨੇ ਕਿਹਾ ਸੀ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਜਿਹੜਾ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ। ਪਾਤਸ਼ਾਹ ਜੀ ਕਹਿੰਦੇ ਗਿਆਨ ਦੇ ਨਾਲ ਕੀ ਕੀਤਾ, ਮਨ ਨੂੰ ਬਲਵਾਨ ਹੋ ਗਿਆ। ਪ੍ਰਚੰਡ ਦਾ ਅਰਥ ਹੈ ਬਲਵਾਨ। ਤੇ ਕੀ ਹੋਇਆ, ਜਦੋਂ ਦਾ ਮਨ ਬਲਵਾਨ ਹੋਇਆ ਨਾ ਤੇ ਮਨ ਦੇ ਵਿੱਚ ਮਨੋ ਕੌਤਕ ਰੰਗ ਤਮਾਸ਼ੇ ਆ ਗਏ, ਸਵਾਦ ਆ ਰਿਹਾ ਜ਼ਿੰਦਗੀ ਦਾ। ਸਵਾਦ ਕਿਵੇਂ ਆ ਰਿਹਾ, ਪਹਿਲਾਂ ਗਿਆਨ ਨਹੀਂ ਸੀ। ਤੇ ਹੁਣ ਜਿਹੜੀ ਉਦਾਹਰਣ ਪਹਿਲਾਂ ਆਪਾਂ ਸਾਂਝੀ ਕੀਤੀ ਨਾ, ਉਹਦੇ ਨਾਲ ਇਸ ਚੀਜ਼ ਨੂੰ ਜੋੜ ਲਈਏ ਵੀ ਪਹਿਲਾਂ ਮੰਨ ਲਓ ਔਰ ਸੌਖੀ ਜਦ ਨੂੰ ਕਰ ਲਈਏ ਵੀ ਇੱਕ ਬੰਦਾ ਡਰਾਈਵਿੰਗ ਕਰ ਰਿਹਾ, ਜਦੋਂ ਬੰਦੇ ਨੂੰ ਡਰਾਈਵਿੰਗ ਦੀ ਸਮਝ ਨਹੀਂ ਹੈ ਨਾ, ਉਹਨੂੰ ਪਤਾ ਨਹੀਂ ਨਾ ਵੀ ਕਿਹੜਾ ਗੇਅਰ ਕਦੋਂ ਪਾਉਣਾ, ਗੱਡੀ ਕਿਸ ਤਰੀਕੇ ਨਾਲ ਮੋੜਨੀ, ਕਿੱਥੇ ਕੱਟਣੀ ਹੈ, ਤੇ ਉਹ ਡਰਦਾ ਆ ਚਲਾਉਣ ਲੱਗਿਆ, ਕਿਉਂਕਿ ਉਹਨੂੰ ਗਿਆਨ ਨਹੀਂ ਹੈ, ਉਹਨੂੰ ਸਮਝ ਨਹੀਂ ਹੈ। ਅੱਛਾ, ਜਦੋਂ ਉਹਨੂੰ ਸਮਝ ਆ ਗਈ ਨਾ, ਫਿਰ ਉਹ ਉਸ ਚੀਜ਼ ਦਾ ਆਨੰਦ ਲੈਂਦਾ। ਗੱਡੀ ਵੀ ਹੋਈ ਹੈ, ਬੰਦਾ ਵੀ ਹੋਈ ਹੈ। ਹੁਣ ਪਾਤਸ਼ਾਹ ਜੀ ਨੇ ਉਸੇ ਤਰੀਕੇ ਦੇ ਨਾਲ ਜੀਵਨ ਦੀ ਗੱਲ ਕੀਤੀ
ਵੀ ਜਿਹੜਾ ਜੀਵਨ ਹੈ ਨਾ, ਜਦੋਂ ਤੱਕ ਸਾਨੂੰ ਜੀਵਨ ਦੀ ਸਮਝ ਨਹੀਂ ਨਾ ਆਈ ਤੇ ਅਸੀਂ ਜ਼ਿੰਦਗੀ ਦੇ ਹਰ ਪਹਿਲੂ ਤੇ ਡਰਾਂਗੇ। ਤੇ ਜਿਸ ਦਿਨ ਸਾਨੂੰ ਜ਼ਿੰਦਗੀ ਦੀ ਸਮਝ ਆ ਗਈ ਨਾ, ਪਾਤਸ਼ਾਹ ਜੀ ਕਹਿੰਦੇ ਤਿੱਥੈ ਨਾਦ ਬਿਨੋਦ ਘੋੜ ਆਨੰਦ, ਤਮਾਸ਼ੇ ਆ ਰਹੇ ਜ਼ਿੰਦਗੀ ਦੇ ਵਿੱਚ, ਆਨੰਦ ਆ ਰਿਹਾ ਜ਼ਿੰਦਗੀ ਨੂੰ ਜੀਣ ਲੱਗਿਆ। ਉਹ ਗੱਲ ਪਾਤਸ਼ਾਹ ਜੀ ਨੇ ਇੱਥੇ ਕੀਤੀ। ਅਗਲਾ ਜਿਹੜਾ ਖੰਡ ਹੈ, ਤੀਜਾ ਖੰਡ, ਪਹਿਲਾ ਖੰਡ ਹੋ ਗਿਆ ਜੀ ਧਰਮ ਖੰਡ, ਦੂਜਾ ਹੋ ਗਿਆ ਗਿਆਨ ਖੰਡ, ਤੀਜਾ ਜਿਹੜਾ ਖੰਡ ਹੈ ਉਹ ਹੈ ਸ਼ਰਮ ਖੰਡ। ਸ਼ਰਮ ਜਿਹੜਾ ਲਫ਼ਜ਼ ਨਿਕਲਿਆ ਹੋਇਆ ਉਹ ਨਿਕਲਿਆ ਪਰਿਸ਼ਰਮ ਦੇ ਵਿੱਚੋਂ। ਪਰਿਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ। ਹੁਣ ਪਾਤਸ਼ਾਹ ਜੀ ਨੇ ਤੀਜੀ ਗੱਲ ਕੀਤੀ, ਪਹਿਲਾਂ ਬੰਦੇ ਨੂੰ ਧਰਮ ਦੀ ਪਹਿਚਾਣ, ਫਰਜ਼ ਦੀ ਪਹਿਚਾਣ ਹੋਈ, ਦੂਜਾ ਬੰਦੇ ਨੂੰ ਗਿਆਨ ਆ ਗਿਆ। ਫਿਰ ਮਹਾਰਾਜ ਕਹਿੰਦੇ ਤੀਜੇ ਪਾਸੇ ਤੈਨੂੰ ਮਿਹਨਤ ਕਰਨੀ ਪਏਗੀ ਆਪਣੇ ਆਪ ਤੇ। ਜਦੋਂ ਗਿਆਨ ਹੀ ਆ ਗਿਆ ਤੇ ਫਿਰ ਤੇ ਬੰਦਾ ਮਿਹਨਤ ਕਰ ਲਏਗਾ ਨਾ। ਇਹ ਵੀ ਇੱਕ ਬੜਾ ਵੱਡਾ ਕਨਸੈਪਟ ਹੈ। ਜਿਸ ਬੰਦੇ ਨੂੰ ਗਿਆਨ ਨਹੀਂ ਨਾ, ਉਹਦੀ ਕੀਤੀ ਹੋਈ ਮਿਹਨਤ ਉਹਨੂੰ ਗਲਤ ਪਾਸੇ ਵੀ ਲੈ ਜਾਂਦੀ ਹੈ। ਜੇ ਗਿਆਨ ਹੈ ਤੇ ਉਹ ਮਿਹਨਤ ਬੰਦਾ ਸਹੀ ਪਾਸੇ ਤੇ ਕਰ ਰਿਹਾ ਨਾ। ਅਗਿਆਨੀ ਬੰਦਾ ਜਦੋਂ ਮਿਹਨਤ ਕਰਦਾ ਤੇ ਉਹ ਗਲਤ ਪਾਸੇ ਵੀ ਜਾ ਸਕਦਾ। ਜਦੋਂ ਸਾਨੂੰ ਪਤਾ ਹੈ ਵੀ ਸਾਡਾ ਰਸਤਾ ਕਿਹੜਾ ਹੈ, ਤੁਸੀਂ ਇੱਕ ਕਦਮ ਵੀ ਜੇ ਤੁਰ ਰਹੇ ਹੋ ਨਾ, ਤੁਸੀਂ ਮੰਜ਼ਿਲ ਦੇ ਨੇੜੇ ਹੋ ਰਹੇ ਹੋ। ਤੇ ਜਦੋਂ ਤੁਹਾਨੂੰ ਰਸਤੇ ਦਾ ਹੀ ਨਹੀਂ ਪਤਾ ਵੀ ਮੈਂ ਕਿੱਧਰ ਜਾਣਾ ਹੈ, ਤੇ ਹੋ ਸਕਦਾ ਤੁਹਾਡਾ ਇੱਕ ਕਦਮ ਜਿਹੜਾ ਤੁਸੀਂ ਤੁਰ ਰਹੇ ਹੋ ਤੁਹਾਨੂੰ ਤੁਹਾਡੀ ਮੰਜ਼ਿਲ ਤੋਂ ਹੀ ਦੂਰ ਲੈ ਜਾਏ, ਕਿਉਂਕਿ ਸਾਨੂੰ ਗਿਆਨ ਨਹੀਂ ਹੈ। ਪਾਤਸ਼ਾਹ ਜੀ ਨੇ ਕਿਹਾ ਜਦੋਂ ਗਿਆਨ ਆਇਆ ਨਾ, ਤੇ ਗਿਆਨ ਆਉਣ ਤੋਂ ਬਾਅਦ ਮਿਹਨਤ ਕਰੋ। ਅਸੀਂ ਕਈ ਵਾਰ ਕੀ ਹੁੰਦਾ, ਅਸੀਂ ਅਗਿਆਨਤਾ ਦੇ ਵਿੱਚ ਮਿਹਨਤ ਕਰ ਜਾਂਦੇ ਹਾਂ। ਅਗਿਆਨਤਾ ਦੇ ਵਿੱਚ ਕੀਤੀ ਹੋਈ ਮਿਹਨਤ ਸਾਨੂੰ ਦੂਰ ਲੈ ਜਾਂਦੀ ਹੈ। ਨੇੜੇ ਜਾਣਾ ਸੀ, ਅਸੀਂ ਦੂਰ ਚਲੇ ਗਏ। ਔਰ ਬੜੀ ਵਾਰ ਹੁੰਦਾ ਉਹ ਵਿਸ਼ਾ ਨਹੀਂ, ਮੈਂ ਸੋਚਿਆ ਅੱਜ ਇਹਨੂੰ ਆਪਾਂ ਸੰਪੂਰਨ ਕਰ ਲਈ, ਤਾਂ ਕਰਕੇ ਮੈਂ ਉਧਰ ਨਾ ਜਾਵਾਂ। ਸਾਹਿਬ ਨੇ ਬਖਸ਼ਿਸ਼ ਕੀਤੀ ਸ਼ਰਮ ਖੰਡ ਕੀ ਬਾਣੀ ਰੂਪ। ਮਹਾਰਾਜ ਕਹਿੰਦੇ ਜਿਹੜੀ ਸ਼ਰਮ ਖੰਡ ਦੀ ਬਨਾਵਟ ਹੈ ਨਾ, ਜਿੱਥੇ ਬੰਦਾ ਮਿਹਨਤ ਕਰਨ ਲੱਗ ਪਏ, ਜਦੋਂ ਬੰਦਾ ਉਦਮ ਕਰਨ ਲੱਗ ਪਏ, ਪਾਤਸ਼ਾਹ ਜੀ ਕਹਿੰਦੇ ਉਹਦੀ ਜਿਹੜੀ ਬਨਾਵਟ ਹੈ ਨਾ ਉਹ ਬਹੁਤ ਸੁੰਦਰ ਹੈ। ਜਿੱਦਾਂ ਜਿੱਦਾਂ ਬੰਦਾ ਮਿਹਨਤ ਕਰਦਾ ਜਾਂਦਾ ਨਾ ਆਪਣੇ ਆਪ ਦੇ ਉੱਤੇ, ਦਿਨੋਂ ਦਿਨ ਉਹ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਦਿਨੋਂ ਦਿਨ ਉਹਦਾ ਕਿਰਦਾਰ ਘੜਨਾ ਸ਼ੁਰੂ ਹੋ ਜਾਂਦਾ ਹੈ। ਦਿਨੋਂ ਦਿਨ ਉਹਨੂੰ ਆਪਣੇ ਆਪ ਨੂੰ, ਖੁਦ ਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਜਿਹੜਾ ਬੰਦਾ ਆਪਣੇ ਉੱਤੇ ਮਿਹਨਤ ਕਰ ਲੈ ਨਾ, ਪਾਤਸ਼ਾਹ ਜੀ ਕਹਿੰਦੇ ਉਹਦੀ ਮਨ ਦੀ ਨਵੀਂ ਘਾੜਨਾ ਸ਼ੁਰੂ ਹੋ ਜਾਂਦੀ ਹੈ। ਮਨ ਦਾ ਨਵਾਂ ਸਟਰਕਚਰ ਬਣਨਾ ਸ਼ੁਰੂ ਹੋ ਜਾਂਦਾ ਹੈ। ਜਦੋਂ ਦਾ ਗਿਆਨ ਆਇਆ ਤੇ ਆਪਣੀ ਸੋਚ ਨੂੰ ਬਦਲਣਾ ਸ਼ੁਰੂ ਕੀਤਾ ਨਾ, ਤੇ ਬੰਦੇ ਨੂੰ ਖੁਦ ਨੂੰ ਆਪਣੇ ਆਪ ਦੇ ਉੱਤੇ ਮਾਣ ਹੋਣਾ ਮਹਿਸੂਸ ਹੋ ਜਾਂਦਾ ਹੈ। ਪਹਿਲਾਂ ਮੈਂ ਕੀ ਸੋਚਦਾ ਸੀ ਤੇ ਅੱਜ ਮੈਂ ਕੀ ਸੋਚ ਰਿਹਾ, ਪਹਿਲਾਂ ਮੈਂ ਕੀ ਕਰਦਾ ਸੀ ਤੇ ਅੱਜ ਮੈਂ ਕੀ ਕਰ ਰਿਹਾ। ਜਦੋਂ ਹੁਣ ਉਹਦੇ ਵਾਸਤੇ ਕੀ ਅਸੀਂ ਆਪਣੇ ਉੱਤੇ ਮਿਹਨਤ ਕੀਤੀ, ਆਪਣੇ ਆਪ ਨੂੰ ਬੁਰਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਸਾਨੂੰ ਸਮਝ ਆ ਗਈ, ਸਾਨੂੰ ਗਿਆਨ ਆ ਗਿਆ ਵੀ ਇਹ ਕੰਮ ਮੈਂ ਕਰਨਾ, ਇਹ ਮੈਂ ਨਹੀਂ ਕਰਨਾ। ਜਦੋਂ ਸਾਨੂੰ ਪਤਾ ਲੱਗ ਗਿਆ ਇਹ ਕੰਮ ਮੈਂ ਨਹੀਂ ਕਰਨਾ, ਤੇ ਜਿਹੜਾ ਕਰਨਾ, ਜਦੋਂ ਉਸ ਪਾਸੇ ਤੁਰ ਪਏ ਤੇ ਮਨ ਸੋਹਣਾ ਹੋ ਗਿਆ। ਮਨ ਦੀ ਬਨਾਵਟ ਦਿਨੋਂ ਦਿਨ ਚੰਗੀ ਹੁੰਦੀ ਗਈ, ਮਨ ਸੋਹਣਾ ਘੜਿਆ ਗਿਆ। ਪਾਤਸ਼ਾਹ ਜੀ ਕਹਿੰਦੇ ਤਿੱਥੈ ਘਾੜਤ ਘੜੀ ਹੈ ਬਹੁਤ ਤੁਹਾਨੂੰ, ਬੜੀ ਸੁੰਦਰ ਘਾੜਤ ਜਿਹੜੀ ਉੱਥੇ ਘੜੀ ਜਾਂਦੀ ਹੈ ਜਿਹੜਾ ਬੰਦਾ ਮਿਹਨਤ ਕਰਨੀ ਸ਼ੁਰੂ ਕਰਦੇ ਆਪਣੇ ਆਪ ਦੇ ਉੱਤੇ। ਪਾਤਸ਼ਾਹ ਜੀ ਕਹਿੰਦੇ ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਕੋਈ ਬੰਦਾ ਗੱਲਾਂ ਦੇ ਨਾਲ ਕਵੇ ਨਾ ਕੀ ਵਾਪਰ ਰਿਹਾ, ਉਹਨੂੰ ਗੱਲਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਕਥਿਆ ਨਹੀਂ ਜਾ ਸਕਦਾ। ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਕਹਿਣ ਦੀ ਵੀ ਕੋਸ਼ਿਸ਼ ਕਰੇ ਨਾ, ਪਾਤਸ਼ਾਹ ਜੀ ਕਹਿਣ ਤੋਂ ਬਾਅਦ ਉਹਨੂੰ ਪਛਤਾਵਾ ਕਰਨਾ ਪਏਗਾ ਵੀ ਮੈਂ ਪੂਰਾ ਬਿਆਨ ਨਹੀਂ ਕਰ ਪਾਇਆ। ਪਾਤਸ਼ਾਹ ਜੀ ਕਹਿੰਦੇ ਉੱਥੇ ਕੀ ਘੜਿਆ ਜਾਂਦਾ ਹੈ। ਪਾਤਸ਼ਾਹ ਜੀ ਨੇ ਪਹਿਲਾਂ ਜ਼ਿਕਰ ਕੀਤਾ ਨਾ, ਤਿੱਥੈ ਘਾੜਤ ਘੜੀ ਹੈ ਬਹੁਤ ਨੂੰ। ਕਿਹੜੀ ਚੀਜ਼ ਘੜੀ ਜਾਂਦੀ ਹੈ ਮਹਾਰਾਜ? ਸਤਿਗੁਰੂ ਕਹਿੰਦੇ ਉੱਥੇ ਘੜਿਆ ਜਾਂਦਾ ਹੈ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ। ਉੱਥੇ ਸਾਡੀ ਸੁਰਤ ਘੜੀ ਜਾਂਦੀ ਹੈ, ਉੱਥੇ ਸਾਡਾ ਮਨ ਘੜਿਆ ਜਾਂਦਾ ਹੈ, ਉੱਥੇ ਸਾਡੀ ਮਤ ਘੜੀ ਜਾਂਦੀ ਹੈ, ਉੱਥੇ ਸਾਡੀ ਬੁੱਧ ਘੜੀ ਜਾਂਦੀ ਹੈ। ਜਦੋਂ ਬੰਦਾ ਮਿਹਨਤ ਕਰ ਰਿਹਾ ਨਾ, ਇਹ ਚੀਜ਼ਾਂ ਘੜੀਆਂ ਜਾਂਦੀਆਂ ਨੇ। ਘੜੀਆਂ ਜਾਣ ਦਾ ਭਾਵ ਇਹਨਾਂ ਦੇ ਵਿੱਚੋਂ ਜਿਹੜੀ ਬੁਰਾਈ ਉਹ ਬਾਹਰ ਕੱਢ ਦਿੱਤੀ ਜਾਂਦੀ, ਜਿਹੜੀ ਚੰਗਿਆਈ ਹੈ ਉਹਨੂੰ ਅੰਦਰ ਲੈ ਲਿਆ ਜਾਂਦਾ ਹੈ। ਤਿੱਥੈ ਘੜੀਐ ਸੁਰਾ ਸਿਧਾ ਕੀ ਸੁਧ। ਪਾਤਸ਼ਾਹ ਜੀ ਕਹਿੰਦੇ ਉੱਥੇ ਜਾਇਆ ਮਨ ਦੀ ਤੰਗ ਦਿਲੀ ਹਟ ਜਾਂਦੀ ਹੈ, ਮਨ ਨੀਵਾਂ ਹੋ ਜਾਂਦਾ ਹੈ, ਮਤ ਉੱਚੀ ਹੋ ਜਾਂਦੀ ਹੈ, ਮਨ ਦੇ ਵਿੱਚ ਜਾਗਰਤੀ ਪੈਦਾ ਹੋ ਜਾਂਦੀ ਹੈ। ਮਿਹਨਤ ਵਾਲੀ ਅਵਸਥਾ ਦੇ ਵਿੱਚ ਸੁਰਤ ਘੜੀ ਜਾਂਦੀ ਹੈ।
ਸੁਰਤ ਨੂੰ ਪਤਾ ਲੱਗ ਜਾਂਦਾ ਵੀ ਕੀ ਸੋਚਣਾ ਹੈ, ਕੀ ਨਹੀਂ ਸੋਚਣਾ। ਮਨ ਦੇ ਵਿੱਚ ਜਾਗਰਤੀ ਆਈ, ਗਿਆਨ ਆਇਆ। ਸਰਮ ਖੰਡ ਦੇ ਵਿੱਚ ਦੇਵਤਿਆਂ ਵਾਲੀ, ਸਿੱਧਾਂ ਵਾਲੀ ਜਿਹੜੀ ਸਮਝ ਹੈ ਮਨੁੱਖ ਦੇ ਅੰਦਰ ਜਿਹੜੀ ਉਹ ਪੈਦਾ ਹੋ ਜਾਂਦੀ ਹੈ। ਉਹਨੂੰ ਉਸ ਗੱਲ ਦੀ ਸਮਝ ਆ ਜਾਂਦੀ ਹੈ ਕਿਵੇਂ ਮੈਂ ਆਪਣੇ ਜੀਵਨ ਨੂੰ ਬਤੀਤ ਕਰਨਾ। ਹੁਣ ਸਾਡੇ 3 ਖੰਡ ਇੱਥੋਂ ਤੱਕ ਹੋ ਗਏ ਆ ਜੀ। ਅਗਲਾ ਜਿਹੜਾ ਖੰਡ ਹੈ ਉਹ ਹੈ, ਆਪਾਂ ਇਸ ਪੌੜੀ ਦਾ ਪਾਠ ਕਰ ਲਈਏ। ਇਹਦੇ ਵਿੱਚ ਇਸ ਖੰਡ ਦਾ ਜਿਹੜਾ ਜ਼ਿਕਰ ਆਏਗਾ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੈ ਜਾਹੇ। ਨਾ ਉਹ ਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕਹਿ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਹ ਜੀ 37 ਨੰਬਰ ਪੌੜੀ। 37 ਨੰਬਰ ਪੌੜੀ ਦੇ ਵਿੱਚ ਅਗਲੀ ਅਵਸਥਾ ਦਾ ਜ਼ਿਕਰ ਕੀਤਾ, ਜਿਹੜੀ ਸਾਡੀ 4 ਨੰਬਰ ਅਵਸਥਾ ਹੈ, 4 ਨੰਬਰ ਖੰਡ, ਉਹ ਹੈ ਕਰਮ ਖੰਡ। ਸਤ ਸੰਗਤ ਜੀ, ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼। ਪੜਾ ਦਰ ਪੜਾਇਆ, ਪਹਿਲਾਂ ਬੰਦੇ ਨੇ ਫਰਜ਼ ਪਛਾਣਿਆ, ਫਰਜ਼ ਪਛਾਣਨ ਤੋਂ ਬਾਅਦ ਗਿਆਨ ਹੋਇਆ, ਗਿਆਨ ਤੋਂ ਬਾਅਦ ਬੰਦੇ ਨੇ ਮਿਹਨਤ ਕੀਤੀ। ਜਿਹੜੇ ਮਿਹਨਤ ਕਰਦੇ ਨੇ ਉਹਨਾਂ ਦੇ ਉੱਤੇ ਬਖਸ਼ਿਸ਼ ਵੀ ਹੁੰਦੀ ਹੈ। ਪੜਾ ਹੈ, ਸਟੈਪ ਬਾਈ ਸਟੈਪ ਹੈ, ਪੌੜੀਆਂ ਨਾ। ਤੇ ਪੌੜੀ ਇੱਕਦਮ ਹੀ ਨਹੀਂ ਬੰਦਾ ਉੱਪਰ ਪਹੁੰਚ ਜਾਂਦਾ। ਜੇ ਮਿਹਨਤ ਕੀਤੀ ਤੇ ਫਿਰ ਬਖਸ਼ਿਸ਼ ਵੀ ਹੁੰਦੀ ਹੈ। ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਉਹਦੇ ਉੱਤੇ ਬਖਸ਼ਿਸ਼ ਨਹੀਂ ਹੁੰਦੀ। ਸਭ ਨੇ ਬਖਸ਼ਿਸ਼ ਕੀਤੀ। ਕਰਮ ਖੰਡ ਕੀ ਬਾਣੀ ਜ਼ੋਰ। ਪਾਤਸ਼ਾਹ ਜੀ ਕਹਿੰਦੇ ਬਖਸ਼ਿਸ਼ ਵਾਲੀ ਜਿਹੜੀ ਅਵਸਥਾ ਹੈ ਨਾ, ਇੱਥੇ ਆ ਕੇ ਮਨੁੱਖ ਦੇ ਅੰਦਰ ਇੱਕ ਅਜਿਹਾ ਬਲ ਪੈਦਾ ਹੋ ਜਾਂਦਾ ਹੈ, ਕਿਉਂਕਿ ਮਿਹਨਤ ਕਰ ਰਿਹਾ। ਜਦੋਂ ਰੱਬ ਨੇ ਵੇਖਿਆ ਬੰਦਾ ਮਿਹਨਤ ਕਰ ਰਿਹਾ ਨਾ, ਇਹੋ ਜਿਹਾ ਬਲ ਅੰਦਰ ਪੈਦਾ ਹੋਇਆ ਜਿਹਦੇ ਉੱਤੇ ਵਿਸ਼ੇ ਵਿਕਾਰ ਕੋਈ ਵੀ ਜ਼ੋਰ ਨਹੀਂ ਪਾ ਸਕਦਾ। ਕਿਸੇ ਚੀਜ਼ ਦਾ ਜ਼ੋਰ ਨਹੀਂ ਪੈ ਰਿਹਾ ਉਹਦੇ ਉੱਤੇ। ਝੂਠ, ਲਾਲਚ, ਬੇਈਮਾਨੀ, ਨਫ਼ਰਤ, ਈਰਖਾ ਸਭ ਪਿੱਛੇ ਰਹਿ ਗਏ। ਪਾਤਸ਼ਾਹ ਜੀ ਕਹਿੰਦੇ ਤਿੱਥੈ ਹੋਰ ਨਾ ਕੋਈ ਹੋਰ। ਉਸ ਅਵਸਥਾ ਦੇ ਵਿੱਚ ਕਿਸੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉੱਥੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਉਹਦੀ ਸੁਰਤ ਦੇ ਵਿੱਚ ਵਸ ਰਿਹਾ ਹੁੰਦਾ। ਉੱਥੇ ਜਾ ਕੇ ਉਹ ਯੋਧਾ ਬਣ ਗਿਆ ਜੀ। ਤਿੱਥੈ ਜੋਧ ਮਹਾਬਲ ਸੂਰ। ਪਾਤਸ਼ਾਹ ਜੀ ਕਹਿੰਦੇ ਉੱਥੇ ਜਾ ਕੇ ਉਹ ਮਹਾਬਲੀ ਸੂਰਮਾ ਹੋ ਗਿਆ। ਤੇ ਕੀ ਹੋਇਆ? ਤਿਨ ਮੈਂ ਰਾਮ ਰਿਹਾ ਭਰਪੂਰ। ਉਹਦੇ ਰੋਮ ਰੋਮ ਦੇ ਵਿੱਚ ਰੱਬ ਸਮਾ ਗਿਆ। ਯੋਧਾ ਬਣਿਆ। ਯੋਧਾ ਕਦੋਂ ਬਣਿਆ? ਜਦੋਂ ਉਹਦੇ ਤੇ ਕਿਸੇ ਦਾ ਪ੍ਰਭਾਵ ਹੀ ਨਹੀਂ ਪੈ ਰਿਹਾ, ਬਲ ਹੀ ਇੰਨਾ ਆ ਗਿਆ, ਤਾਕਤ ਇੰਨੀ ਆ ਗਈ। ਮਿਹਨਤ, ਦੋ ਚੀਜ਼ਾਂ ਬੰਦੇ ਨੂੰ ਕਿਤੇ ਤੋਂ ਕਿਤੇ ਵੀ ਲੈ ਕੇ ਜਾ ਸਕਦੀਆਂ। ਇਹ ਗੱਲ ਸ਼ਾਇਦ ਮੈਂ ਪਹਿਲਾਂ ਵੀ ਕੀਤੀ ਹੋਵੇ। ਇੱਕ ਮਿਹਨਤ, ਇੱਕ ਰਹਿਮਤ। ਜਿਨ੍ਹਾਂ ਦੇ ਉੱਤੇ ਰਹਿਮਤ ਹੋਵੇ ਉਹ ਮਿਹਨਤ ਨਾ ਕਰਨ, ਉਹ ਵੀ ਕੁਝ ਨਹੀਂ ਕਰ ਸਕਦੇ। ਤੇ ਜਿਹੜੇ ਇਕੱਲੀ ਮਿਹਨਤ ਕਰ, ਰਹਿਮਤ ਨਾ ਹੋਵੇ, ਉਹ ਵੀ ਜ਼ਿੰਦਗੀ ਦੇ ਅੰਦਰ ਕਾਮਯਾਬ ਨਹੀਂ ਹੁੰਦੇ। ਦੋ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਨੇ, ਉਹ ਬੰਦਾ ਜੀਵਨ ਦੇ ਵਿੱਚ ਕੁਝ ਵੀ ਕਰ ਸਕਦਾ ਹੈ। ਸਭ ਨੇ ਉਹ ਬਖਸ਼ਿਸ਼ ਕੀਤੀ। ਤਿਨ ਮੈਂ ਰਾਮ ਰਿਹਾ ਭਰਪੂਰ। ਉਹਨਾਂ ਦੇ ਰੋਮ ਰੋਮ ਦੇ ਵਿੱਚ ਰੱਬ ਦਾ ਜਿਹੜਾ ਨਾਮ ਹੈ ਉਹ ਸਮਾ ਜਾਂਦਾ ਹੈ।
ਤਿੱਥੈ ਸੀਤੋ ਸੀਤਾ ਮਹਿਮਾ ਮਾਹਿ। ਮਹਾਰਾਜ ਜੀ ਕਹਿੰਦੇ ਇਸ ਬਖਸ਼ਿਸ਼ ਵਾਲੀ ਅਵਸਥਾ ਦੇ ਵਿੱਚ ਮਨੁੱਖ ਆਪਣੇ ਮਨ ਦੀ ਮਨੁੱਖ ਆਪਣੇ ਮਨ ਨੂੰ ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਪਰੋ ਲੈਂਦਾ। ਸੀਤੋ ਸੀਤਾ ਦਾ ਭਾਵ ਪਰੋ ਲੈਣਾ, ਉਹਦੇ ਵਿੱਚ ਜੋੜ ਲੈਣਾ। ਤਾਂ ਕਿ ਰੂਪ ਨਾ ਕਥਨੇ ਜਾਏ। ਪਾਤਸ਼ਾਹ ਜੀ ਕਹਿੰਦੇ ਉਸ ਅਵਸਥਾ ਦੇ ਬਾਰੇ ਨਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਕਿੰਨਾ ਸੋਹਣਾ ਬਣ ਜਾਂਦਾ, ਕਿੱਦਾਂ ਦਾ ਹੋ ਜਾਂਦਾ। ਸਤਿਗੁਰੂ ਕਹਿੰਦੇ ਨਾ ਉਹ ਮਰੇ ਨਾ ਠੱਗ ਜਾਏ। ਉਹਦੀ ਕਦੇ ਆਤਮਿਕ ਮੌਤ ਨਹੀਂ ਹੁੰਦੀ। ਆਤਮਿਕ ਮੌਤ ਕਦੋਂ ਹੁੰਦੀ? ਜਦੋਂ ਬੰਦਾ ਬੁਰਿਆਈ ਦੇ ਵਿੱਚ ਟਿਕ ਜਾਂਦਾ। ਉਹਦਾ ਮਨ ਹੀ ਨਾ ਬਲਵਾਨ ਹੋ ਗਿਆ ਜਿਹੜਾ ਕਦੇ ਬੁਰਿਆਈ ਦੇ ਵਿੱਚ ਨਹੀਂ ਟਿਕੇਗਾ, ਉਹਦੀ ਆਤਮਿਕ ਮੌਤ ਕਿਵੇਂ ਹੋ ਜਾਏਗੀ? ਪਾਤਸ਼ਾਹ ਜੀ ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਏ। ਕੌਣ? ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਸਦਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਵਸਦਾ, ਉਹ ਇਨਸਾਨ ਨਾ ਕਦੇ ਆਤਮਿਕ ਮੌਤ ਮਰਦਾ ਹੈ, ਨਾ ਉਹਨੂੰ ਕੋਈ ਬੁਰਿਆਈ ਠੱਗ ਸਕਦੀ ਹੈ। ਤਿੱਥੈ ਭਗਤ ਵਸੈ ਕਹਿ ਲੋ। ਪਾਤਸ਼ਾਹ ਜੀ ਕਹਿੰਦੇ ਉਸ ਅਵਸਥਾ ਦੇ ਵਿੱਚ ਬੇਅੰਤ ਭਗਤ ਜਾਨੇ ਜਿਹੜੇ ਵਸਦੇ ਆ ਤੇ ਕਰੈ ਆਨੰਦ ਸੱਚਾ ਮਨ ਸੋਏ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਪ੍ਰਮਾਤਮਾ ਮੌਜੂਦ ਹੈ, ਉਹ ਉਸ ਅਵਸਥਾ ਦੇ ਵਿੱਚ ਜਾ ਕੇ ਆਨੰਦ ਕਰਦੇ ਨੇ, ਉਸ ਅਵਸਥਾ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਦਾ ਸਕੂਨ ਮਾਣਦੇ ਆ। ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਤਿੱਥੈ ਖੰਡ ਮੰਡਲ ਵਰਪੰਡ। ਉਸ ਅਵਸਥਾ ਵਿੱਚ ਅਕਾਲ ਪੁਰਖ ਦੇ ਵਿੱਚ ਬੇਅੰਤ ਖੰਡ ਬੇਅੰਤ ਬ੍ਰਹਿਮੰਡ ਹਨ। ਇਸ ਗੱਲ ਦੀ ਸਮਝ ਆ ਜਾਂਦੀ ਹੈ। ਪਰ ਜੇ ਕੋਈ ਮਨੁੱਖ ਇਹਨਾਂ ਖੰਡਾਂ ਦੇ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਪਾਤਸ਼ਾਹ ਜੀ ਕਹਿੰਦੇ ਜੇ ਕੋ ਕਥੈ ਤਾਂ ਅੰਤ ਨਾ ਅੰਤ, ਉਹਦੇ ਬਾਰੇ ਅੰਤ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਉਸ ਅਵਸਥਾ ਦੇ ਵਿੱਚ ਬੇਅੰਤ ਹੀ ਆਕਾਰ ਹਨ। ਇਸ ਗੱਲ ਦੀ ਸਮਝ ਆ ਜਾਂਦੀ ਹੈ। ਇਸ ਗੱਲ ਦੀ ਸਮਝ ਆਉਂਦੀ ਹੈ ਜਿਉਂ ਜਿਉਂ ਹੁਕਮ ਤਿਵੇਂ ਤਿਮਕਾਰ। ਜਿਵੇਂ ਉਸ ਰੱਬ ਦਾ ਹੁਕਮ ਹੋ ਰਿਹਾ ਉਸੇ ਤਰੀਕੇ ਨਾਲ ਇਹ ਦੁਨੀਆ ਦੀ ਜਿਹੜੀ ਸਾਰੀ ਕਾਰ ਉਹ ਚੱਲ ਰਹੀ ਹੈ। ਵੇਖੈ ਵਿਗਸੈ ਕਰ ਵਿਚਾਰੋ। ਅਕਾਲ ਪੁਰਖ ਪਰਮਾਤਮਾ ਸਾਰਿਆਂ ਦੀ ਸੰਭਾਲ ਕਰ ਰਿਹਾ, ਹਰ ਥਾਂ ਤੇ ਆਪ ਬਸ ਰਿਹਾ, ਸਾਰੀ ਖੇਡ ਨੂੰ ਵੇਖ ਕੇ ਖੁਸ਼ ਹੋ ਰਿਹਾ, ਵਿਚਾਰ ਕਰ ਰਿਹਾ। ਨਾਨਕ ਕਥਨਾ ਕਰੜਾ ਸਾਰ। ਇਸ ਅਵਸਥਾ ਦੇ ਬਾਰੇ ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤੇ ਕਰੜਾ ਸਾਰ, ਬਹੁਤ ਔਖਾ ਕੰਮ ਹੈ। ਤਾਂ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਉਸ ਅਵਸਥਾ ਦੇ ਵਿੱਚ ਜੁੜਿਆ ਜਾ ਸਕਦਾ, ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਉਹ ਕਿਹੜੀ ਅਵਸਥਾ ਹੈ? ਜਿਸ ਹੁਣ 4 ਖੰਡ ਆਪਾਂ ਵਿਚਾਰੇ ਨੇ, ਕਿਹੜੀ ਅਵਸਥਾ? ਪਾਤਸ਼ਾਹ ਜੀ ਕਹਿੰਦੇ ਉਹ ਅਵਸਥਾ ਹੈ ਸੱਚਖੰਡ ਵਸੈ ਨਿਰੰਕਾਰ। ਹੁਣ ਬੰਦਾ ਧਰਮ ਤੋਂ ਸ਼ੁਰੂਆਤ ਹੋਈ, ਧਰਮ ਤੋਂ ਬੰਦਾ ਗਿਆਨ ਤੇ ਆਇਆ, ਗਿਆਨ ਤੋਂ ਬੰਦਾ ਸ਼ਰਮ ਤੇ ਆਇਆ, ਸ਼ਰਮ ਤੋਂ ਬੰਦਾ ਕਰਮ ਤੇ ਆਇਆ, ਤੇ ਕਰਮ ਤੋਂ ਬੰਦਾ ਸੱਚਖੰਡ ਤੇ ਆ ਗਿਆ। ਤੇ ਸੱਚਖੰਡ ਉਹ ਹੈ ਜਿੱਥੇ ਜਾ ਕੇ ਬੰਦਾ ਅਕਾਲ ਪੁਰਖ ਦੇ ਵਿੱਚ ਸਮਾ ਜਾਂਦਾ ਹੈ, ਅਕਾਲ ਪੁਰਖ ਦੇ ਵਿੱਚ ਜੁੜ ਜਾਂਦਾ ਹੈ, ਉਹ ਖੰਡ ਹੈ। ਹੁਣ ਇਹ ਅਵਸਥਾਵਾਂ ਨੇ, ਜੇ ਅਸੀਂ ਇਹ 5-4 ਪੜਾ ਜ਼ਿੰਦਗੀ ਦੇ ਵਿੱਚ ਪੂਰੇ ਕਰ ਲਏ ਨਾ, ਤੇ ਅਸੀਂ ਪਰਮਾਤਮਾ ਦੇ ਵਿੱਚ ਮਿਲ ਜਾਵਾਂਗੇ। ਸੱਚਖੰਡ ਦਾ ਪਾਓ ਉਹ ਅਵਸਥਾ ਜਿੱਥੇ ਆ ਕੇ ਬੰਦਾ ਪ੍ਰਮਾਤਮਾ ਦੇ ਵਿੱਚ ਸਮਾ ਗਿਆ। ਪਰ ਸਾਡੀ ਅਗਿਆਨਤਾ ਪਤਾ ਕੀ ਹੋਈ? ਤੁਸੀਂ ਇਹ ਪੰਕਤੀ ਇੱਕ ਥਾਵਾਂ ਤੇ ਬੜੀ ਲਿਖੀ ਹੋਈ ਵੇਖੀ ਹੋਏਗੀ, ਜਿੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਰੂਮ ਹੁੰਦਾ ਨਾ, ਉਹਦੇ ਬਾਹਰ ਸਾਡੇ ਲੋਕਾਂ ਨੇ ਇਹ ਪੰਕਤੀ ਲਿਖੀ, ਸੱਚਖੰਡ ਵਸੈ ਨਿਰੰਕਾਰ। ਚਲੋ ਗੁਰਮਤ ਨੇ ਤੇ ਨੇ ਸਾਡੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਵਾਲੇ ਸਥਾਨ ਨੂੰ ਨਾ ਸੱਚਖੰਡ ਕਹਿਣਾ ਸ਼ੁਰੂ ਕਰ ਦਿੱਤਾ। ਪਰ ਸੱਚਖੰਡ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੈ। ਸੱਚਖੰਡ ਦਾ ਕੋਈ ਆਕਾਰ ਨਹੀਂ ਹੈ। ਸੱਚਖੰਡ ਇੱਕ ਅਵਸਥਾ ਦਾ ਨਾਮ ਹੈ। ਸੱਚਖੰਡ ਇੱਕ ਸੋਚ ਦਾ ਨਾਮ ਹੈ। ਸੱਚਖੰਡ ਦੁਨੀਆ ਦੇ ਵਿੱਚ ਨਹੀਂ ਹੈ। ਸੱਚਖੰਡ ਸਾਡੀ ਸੋਚ ਦੇ ਵਿੱਚ ਬਣੇਗਾ, ਸਾਡੀ ਸੁਰਤੀ ਦੇ ਵਿੱਚ ਬਣੇਗਾ। ਤੇ ਜਦੋਂ ਸਾਡੀ ਸੁਰਤੀ ਦੇ ਵਿੱਚ ਸੱਚਖੰਡ ਬਣ ਗਿਆ, ਫਿਰ ਸਾਡਾ ਜੀਵਨ ਬਦਲ ਜਾਏਗਾ, ਸਾਡੇ ਜੀਵਨ ਦੇ ਵਿੱਚ ਪਰਿਵਰਤਨ ਆ ਜਾਏਗਾ। ਜਿਹੜੀ 38 ਨੰਬਰ ਪੌੜੀ ਹੈ, ਕੋਸ਼ਿਸ਼ ਤੇ ਅਸੀਂ ਅੱਜ ਵਿਚਾਰ ਕਰੀਏ, ਪਰ ਇਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਬੜੇ ਧਿਆਨ ਦੇ ਨਾਲ ਵਿਚਾਰਨਾ। ਪੌੜੀ ਤੇ ਭਾਵੇਂ ਛੋਟੀ ਹੈ, ਇਹਦਾ ਕੋਈ ਵੱਡਾ ਰੂਪ ਨਹੀਂ ਹੈ, 6-7 ਪੰਕਤੀਆਂ, ਪਰ ਇਹਦੇ ਵਿੱਚ ਜਿਹੜੀ ਉਦਾਹਰਣ ਦਿੱਤੀ ਨਾ ਮਹਾਰਾਜ ਨੇ, ਉਹ ਬੜੀ ਕਮਾਲ ਦੀ ਹੈ। ਸੁਨਿਆਰੇ ਦੀ ਦੁਕਾਨ ਦੀ ਉਦਾਹਰਣ ਦਿੱਤੀ ਹੈ। ਉਸ ਉਦਾਹਰਣ ਨੂੰ ਦੇਖ ਕੇ ਮਹਾਰਾਜ ਨੇ ਸਾਡੇ ਜੀਵਨ ਨੂੰ ਕਿਵੇਂ ਘੜਨਾ, ਉਹ ਪਾਤਸ਼ਾਹ ਜੀ ਨੇ ਦੱਸਿਆ। ਸਾਹਿਬ ਪਾਤਸ਼ਾਹ ਦੀ ਕਿਰਪਾ ਕਰਨ
ਕੱਲ ਦੇ ਦੀਵਾਨਾਂ ਦੇ ਅੰਦਰ ਆਪਾਂ ਇਹ ਆਖਰੀ ਪੌੜੀ ਤੇ ਸ਼ਲੋਕ ਦੇ ਵਿਚਾਰ ਕਰਕੇ ਇਸ ਬਾਣੀ ਦੀ ਸੰਪੂਰਨਤਾ ਕਰਾਂਗੇ। ਉਸ ਤੋਂ ਅਗਲੇ ਦੀਵਾਨਾਂ ਦੇ ਵਿੱਚ ਅਗਲੀ ਜਿਹੜੀ ਬਾਣੀ ਹੈ ਸੋਹਿਲਾ ਸਾਹਿਬ, ਉਹਦੀ ਵਿਚਾਰ ਕਰਨ ਦੀ ਆਪਾਂ ਆਰੰਭ ਕਰਾਂਗੇ। ਸੋ ਆਸ ਹੈ ਆਪ ਜੀ ਇਸੇ ਤਰੀਕੇ ਦੇ ਨਾਲ ਹਾਜ਼ਰੀਆਂ ਭਰੋਗੇ। ਬਾਕੀ ਸਾਰੀ ਸੰਗਤ ਨੂੰ ਵੀ ਆਪ ਜੀ ਨੇ ਜ਼ਰੂਰ ਪ੍ਰੇਰ ਕੇ ਲੈ ਕੇ ਆਉਣਾ ਜੀ। ਭੁੱਲਾਂ ਗਲਤੀਆਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ